ਹੈਲੋ ਸਟੂਡੈਂਟ, ਸਤਿ ਸ਼੍ਰੀ ਅਕਾਲ। ਮੈਂ ਅਮਨ ਚੋਗ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਨਾਲ ਨੈਕਸਟ ਵੀਡੀਓ ਲੈ ਕੇ। ਅਤੇ ਜਿਹੜਾ ਆਪਣਾ ਅੱਜ ਦਾ ਟੋਪਿਕ ਹੈ ਉਹ ਹੈ ਅਗੇਨ ਲਾਈਫ ਪ੍ਰੋਸੈਸਿਸ, ਅਤੇ ਇਹਦਾ ਲਾਸਟ ਆ ਜਾ ਰਿਹਾ ਟੋਪਿਕ। ਆਈ ਹੋਪ ਤੁਹਾਨੂੰ ਪਿਛਲੇ ਦੋ ਜਿਹੜੇ ਇਹਦੇ ਵੀਡੀਓ ਸੀ ਉਹ ਵਧੀਆ ਲੱਗੇ ਹੋਣਗੇ, ਅਤੇ ਜੇ ਤੁਹਾਨੂੰ ਇਹ ਵੀ ਵਧੀਆ ਲੱਗੇ ਤਾਂ ਪਲੀਜ਼ ਇਹਨੂੰ ਲਾਈਕ ਕਰਨਾ, ਸ਼ੇਅਰ ਕਰਨਾ ਨਾ ਭੁੱਲਣਾ। ਸੋ ਲੈਟਸ ਸਟਾਰਟ ਦਾ ਵੀਡੀਓ। ਵਨ ਆਫ ਦਾ ਫੋਲੋਇੰਗ ਡਜ਼ ਨੋਟ ਹੈਵ ਨਿਊਕਲੀਅਸ। ਇਹਨਾਂ 'ਚੋਂ ਇੱਕ ਦੇ ਵਿੱਚ ਨਿਊਕਲੀਅਸ ਨਹੀਂ ਹੁੰਦਾ। ਤਾਂ ਓਪਸ਼ਨਸ ਨੇ ਆਪਣੇ ਕੋਲ RBC ਰੈੱਡ ਬਲੱਡ ਸੈੱਲ, ਵਾਈਟ ਬਲੱਡ ਸੈੱਲ WBC, ਗਾਰਡ ਸੈੱਲ ਜਾਂ ਐਪੀਡਰਮਲ ਸੈੱਲ। ਤਾਂ ਸਟੂਡੈਂਟ ਇਹ ਜਿਹੜਾ ਹੈਗਾ ਸੀ, ਇਹ ਜਿਹੜਾ ਇੰਪੋਰਟੈਂਟ ਹੈ ਇਹ ਵਾਲਾ MCQ, ਇਹ ਆਪਣੇ ਪਿਛਲੇ ਲਾਸਟ ਈਅਰ ਦੇ ਐਗਜ਼ਾਮ ਵਿੱਚ ਵੀ ਆਇਆ ਗਿਆ। ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈ ਉਹ ਹੈ ਆਪਸ਼ਨ ਨੰਬਰ A, ਦੈਟ ਇਜ਼ ਰੈੱਡ ਬਲੱਡ ਸੈੱਲ ਦੇ ਵਿੱਚ ਨਿਊਕਲੀਅਸ ਨਹੀਂ ਹੁੰਦਾ, ਔਰ ਜਿਹੜਾ ਵਾਈਟ ਬਲੱਡ ਸੈੱਲ ਉਹਦੇ 'ਚ ਨਿਊਕਲੀਅਸ ਹੁੰਦਾ ਹੈ। ਇੱਕ ਚੀਜ਼ ਹੋਰ ਇੰਪੋਰਟੈਂਟ ਹੈ, ਰੈੱਡ ਬਲੱਡ ਜਿਹੜੇ RBCs ਹੁੰਦੇ ਨੇ ਇਹਦੇ 'ਚ ਹੁੰਦਾ ਹੀਮੋਗਲੋਬਿਨ, ਅਤੇ ਇਹ ਆਕਸੀਜਨ ਨੂੰ ਲੈ ਕੇ ਜਾਂਦੇ ਹਨ ਫਰੋਮ ਐਲਵੋਲਾਈਜ਼ ਆਫ ਦਾ ਲੰਗਸ, ਹੈ ਨਾ। ਇਹ ਇਹਦੇ 'ਚ ਕੀ ਹੁੰਦਾ, ਹੀਮੋਗਲੋਬਿਨ ਹੁੰਦਾ ਹੈ। ਇਹਦੇ 'ਚ ਹੀਮੋਗਲੋਬਿਨ ਇਸ ਕਰਕੇ ਇਹਦਾ ਰੰਗ ਕਿਹੜਾ ਹੁੰਦਾ ਹੈ, ਰੈੱਡ ਹੁੰਦਾ ਹੈ, ਠੀਕ ਹੈ। ਵੇਅਰ ਐਜ਼ ਜਿਹੜੇ ਵਾਈਟ ਬਲੱਡ ਨੇ ਉਹਨਾਂ 'ਚ ਕੀ ਹੁੰਦਾ, ਰੰਗ ਵਾਈਟ ਹੁੰਦਾ, ਤਾਂ ਉਹਨਾਂ ਤੋਂ ਆਪਾਂ ਨੂੰ ਇਮਿਊਨਿਟੀ ਮਿਲਦੀ ਹੈ, ਠੀਕ ਹੈ। ਉਹ ਆਪਾਂ ਨੂੰ ਜਿੰਨੇ ਵੀ ਆਸ-ਪਾਸ ਦੀਆਂ ਏਜੰਟਸ ਹੁੰਦੇ ਆ ਉਹਨਾਂ ਤੋਂ ਬਚਾਉਂਦਾ ਹੈ, ਤਾਂ ਕਿ ਆਪਾਂ ਨੂੰ ਕੋਈ ਡਿਜ਼ੀਜ਼ ਨਾ ਹੋਵੇ। ਸੋ ਨੈਕਸਟ ਹੈ ਸੈਕਿੰਡ ਕੁਐਸਚਨ, ਦ ਕੰਪੋਨੈਂਟ ਆਫ ਬਲੱਡ ਵਿਚ ਮੇਕਸ ਕੈਮੀਕਲ ਨੋਨ ਐਜ਼ ਐਂਟੀਬੋਡੀਜ਼। ਦੇਖੋ ਇਹ ਚੀਜ਼ ਹੁਣੇ ਤੁਹਾਨੂੰ ਕਈ ਇਮਿਊਨਿਟੀ ਮਤਲਬ ਆਪਾਂ ਨੂੰ ਆਉਂਦੀ, ਆਪਣੇ ਕੋਲ ਕੀ ਹੋਣ ਜੇ ਐਂਟੀਬੋਡੀਜ਼ ਹੋਣ, ਤਾਂ ਉਹਦਾ ਆਨਸਰ ਹੈ WBC ਸੈੱਲਸ, ਵਾਈਟ ਬਲੱਡ ਸੈੱਲਸ ਜਿਹੜੇ ਨੇ ਉਹਨਾਂ ਤੋਂ ਆਪਾਂ ਨੂੰ ਇਮਿਊਨਿਟੀ ਮਿਲਦੀ ਹੈ। ਨੈਕਸਟ ਕੁਐਸਚਨ ਹੈ, ਐਨ ਐਲੀਮੈਂਟ ਇਨ ਵਿਚ ਦ ਆਕਸੀਜੇਸ਼ਨ ਆਫ ਬਲੱਡ ਡਜ਼ ਨੋਟ ਟੇਕ ਪਲੇਸ ਇਨ ਲੰਗਸ। ਇਹੋ ਜਿਹੀ ਇੱਕ ਆਪਸ਼ਨ ਇਹਨਾਂ ਵਿੱਚ ਜਿਨ੍ਹਾਂ ਵਿੱਚ ਲੰਗਸ ਦੀ ਹੈਲਪ ਨਾਲ ਉਹਨਾਂ ਦੇ ਵਿੱਚ ਆਕਸੀਜਨੇਸ਼ਨ ਆਫ ਬਲੱਡ ਮਤਲਬ RBC ਜਦੋਂ ਆਕਸੀਜਨ ਨੂੰ ਓਬਜ਼ਰਵ ਕਰਦੇ ਆ ਫਰੋਮ ਐਲਵੋਲਾਈਜ਼ ਇਨ ਦ ਲੰਗਸ, ਤਾਂ ਉਹ ਪ੍ਰੋਸੈਸ ਨਹੀਂ ਹੁੰਦਾ। ਤਾਂ ਦੇਖੋ ਹਿਊਮਨਸ ਵਿੱਚ ਵੀ ਹੁੰਦਾ, ਐਨੀਮਲਸ ਵਿੱਚ ਵੀ ਹੁੰਦਾ। ਤਾਂ ਆਪਣੇ ਕੋਲ ਫੋਕਸਿਸ ਐਨ ਐਨੀਮਲ, ਫਸਟ ਆਪਸ਼ਨ ਵੀ ਐਨੀਮਲ ਹੈ, ਸੀ ਵੀ। ਤਾਂ ਇੱਕ ਬਚ ਗਿਆ ਫਿਸ਼ ਦੇ ਵਿੱਚ, ਤਾਂ ਕੀ ਹੁੰਦੇ ਨੇ, ਦੇ ਡੋਂਟ ਹੈਵ ਲੰਗਸ, ਦੇ ਹੈਵ ਗਿਲਸ, ਉਹਨਾਂ ਦੀ ਰੈਸਪੀਰੇਸ਼ਨ ਉੱਥੋਂ ਹੁੰਦੀ ਹੈ, ਤਾਂ ਇਸ ਕਰਕੇ ਫਿਸ਼ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ ਹੈ, ਵਿਚ ਆਫ ਦਾ ਫੋਲੋਇੰਗ ਵੈਰੀ ਸਬਸਟਾਂਸ ਅਪਵਰਡ ਐਜ਼ ਵੈਲ ਐਜ਼ ਇਨ ਡਾਊਨਵਰਡ ਡਾਇਰੈਕਸ਼ਨ ਇਨ ਅ ਪਲਾਂਟ। ਪਲਾਂਟ ਦੇ ਵਿੱਚ ਕੁਝ ਸਬਸਟਾਂਸਿਸ ਮਤਲਬ ਇਹੋ ਜਿਹਾ ਹੈ, ਇੱਕ ਆਨਸਰ ਰਹਿੰਦਾ ਹੈ ਜੋ ਉੱਪਰ ਵੀ ਲੈ ਕੇ ਜਾਂਦਾ ਹੈ ਅਤੇ ਨੀਚੇ ਵੀ ਲੈ ਕੇ ਆਉਂਦਾ ਹੈ। ਤਾਂ ਸਿੰਪਲ ਜਿਹੀ ਚੀਜ਼ ਹੈ ਸਟੂਡੈਂਟਸ, ਤੁਹਾਨੂੰ ਦੋ ਚੀਜ਼ਾਂ ਯਾਦ ਕਰਨੀ, ਇੱਕ ਹੁੰਦਾ ਐਗਜ਼ਾਈਲਮ। ਐਗਜ਼ਾਈਲਮ ਕੀ ਲੈ ਕੇ ਜਾਂਦਾ, ਵਾਟਰ ਅਤੇ ਮਿਨਰਲਸ। ਤਾਂ ਆਪਾਂ ਨੂੰ ਪਤਾ ਵਾਟਰ ਐਂਡ ਮਿਨਰਲਸ ਕਿੱਥੋਂ ਐਬਜ਼ੋਰਬ ਹੁੰਦੇ ਨੇ, ਰੂਟਸ ਤੋਂ। ਤਾਂ ਉਹ ਨੀਚੋਂ ਦੇ ਉੱਪਰ ਲੈ ਕੇ ਜਾਂਦਾ ਹੈ, ਠੀਕ ਹੈ। ਅਪਵਰਡ ਲਿਖਿਆ ਹੋਵੇ ਤਾਂ ਉਹਦਾ ਆਨਸਰ ਹੈ ਐਗਜ਼ਾਈਲਮ, ਬਟ ਹੁਣ ਇੱਥੇ ਕੀ ਅਪਵਰਡ ਵੀ ਲੈ ਕੇ ਜਾਂਦਾ, ਨੀਚੇ ਵੀ ਲੈ ਕੇ ਜਾਂਦਾ ਹੈ। ਤਾਂ ਉਹਦਾ ਆਨਸਰ ਹੈ C, ਆਪਸ਼ਨ ਨੰਬਰ C, that is ਫਲੋਇਮ ਸੋਰੀ। ਇਹਦਾ ਆਨਸਰ C ਹੈ, ਕਿਉਂ, ਬਿਕੋਜ਼ ਇਹ ਜਿਹੜੇ ਫੂਡ ਪਾਰਟੀਕਲਸ ਉਹਨਾਂ ਨੂੰ ਹਰ ਇੱਕ ਔਰਗਨ ਤੱਕ ਪਲਾਂਟ ਦੇ ਲੈ ਕੇ ਜਾਂਦਾ। ਆਪਾਂ ਨੂੰ ਪਤਾ ਫੋਟੋਸਿੰਥਸਿਸ ਕਿੱਥੇ ਹੁੰਦੀ, ਲੀਵਸ ਦੇ ਵਿੱਚ, ਅਤੇ ਲੀਵਸ ਦੇ ਵਿੱਚ ਕੀ ਹੁੰਦਾ, ਸਟੋਮੈਟਾ ਹੁੰਦਾ, ਜਿੱਥੇ ਫੋਟੋਸਿੰਥਸਿਸ ਹੁੰਦੀ ਹੈ। ਸਟੋਮੈਟਾ ਹੀ ਇੱਕ ਇਹੋ ਜਿਹਾ ਇਹਨਾਂ ਦੇ ਵਿੱਚ ਪਾਰਟ ਹੈ ਜਿੱਥੇ ਐਕਸਚੇਂਜ ਆਫ ਆਕਸੀਜਨ ਅਤੇ ਆਕਸੀਜਨ ਇੱਕ ਕੀ ਨਿਕਾਲਦੇ ਆ ਬਾਹਰ, ਅਤੇ ਲੈਂਦੇ ਕੀ ਨੇ ਉਹ CO2, ਹੈ ਨਾ। ਤਾਂ ਇਹ ਵੀ ਚੀਜ਼ ਯਾਦ ਰੱਖਣੀ ਹੈ। ਨੈਕਸਟ ਕੁਐਸਚਨ ਹੈ, ਵਨ ਆਫ ਦਾ ਫੋਲੋਇੰਗ ਇਜ਼ ਨੋਟ ਦਾ ਕੰਸਟੀਟੂਐਂਟ ਆਫ ਬਲੱਡ। ਦਾ ਇੱਕ ਹਿੱਸਾ ਨਹੀਂ ਇਹਨਾਂ ਦੇ ਵਿੱਚੋਂ RBC, WBC, ਸੀਵ ਪਲੇਟਸ ਜਾਂ ਪਲੇਟਲੈਟਸ। ਤਾਂ ਸਟੂਡੈਂਟਸ ਇੱਥੇ ਇੱਕ ਆਪਸ਼ਨ C ਜਿਹੜੀ ਆ ਰੋਂਗ ਹੈ, ਇਹਦੀ ਥਾਂ 'ਤੇ ਆਉਣਾ ਸੀ ਪਲਾਜ਼ਮਾ। ਬਲੱਡ ਦੇ 4 ਕੰਪੋਨੈਂਟਸ ਨੇ, RBC, WBC, ਪਲਾਜ਼ਮਾ ਅਤੇ ਪਲੇਟਲੈਟਸ। ਤੁਹਾਨੂੰ ਇਹ ਵੀ ਚੀਜ਼ ਤਾਂ ਪਤਾ ਹੋਏਗਾ, ਜਿਹੜਾ ਲਿਕੁਇਡ ਪਾਰਟ ਉਹ ਕੀ ਹੁੰਦਾ, ਲਗਭਗ 90 ਤੋਂ ਅਬਵ% ਕੀ ਹੈ ਆਪਣੇ ਕੋਲ, ਪਲਾਜ਼ਮਾ ਹੀ ਹੈ ਉਹ, ਠੀਕ ਹੈ। ਅਤੇ ਜਿਹੜਾ ਆ ਲਾਸਟ ਆਪਸ਼ਨ ਹੈ D, ਪਲੇਟਲੈਟਸ ਕੀ ਹੁੰਦੀਆਂ ਨੇ, ਜਿਹੜੀ ਆਪਣੇ ਇਟ ਹੈਲਪਸ ਟੂ, ਇਹ ਆਪਾਂ ਨੂੰ ਸੇਵ ਕਰਦੀ ਹੈ ਫਰੋਮ ਕਲੋਟਿੰਗ ਆਫ ਬਲੱਡ, ਤਾਂ ਕਿ ਆਪਣਾ ਜਿਹੜਾ ਬਲੱਡ ਆਊਟਸਾਈਡ ਆਉਣ ਤੋਂ ਰੋਕਦੀ ਹੈ। ਉਹਦਾ ਨਾਮ ਕੀ ਹੈ, ਪਲੇਟਲੈਟਸ। ਆਪਾਂ ਕਹਿੰਦੇ ਨਾ ਜਦੋਂ ਕਿਸੇ ਨੂੰ ਬੁਖਾਰ ਜ਼ਿਆਦਾ ਹੋ ਜਾਂਦਾ ਜਾਂ ਕੁਛ ਹੋ ਜਾਂਦਾ, ਤਾਂ ਉਹਦੀ ਕੀ ਹੁੰਦੀ ਹੈ, ਪਲੇਟਲੈਟਸ ਦੀ ਵੈਲਿਊ ਉੱਪਰ ਨੀਚੇ ਹੋ ਜਾਂਦੀ ਹੈ ਨਾ। ਤਾਂ ਇਹ ਮਿਨੀਮਮ ਰਿਕੁਆਇਰਡ ਹੁੰਦੀ ਹੈ। 6th ਆਪਣੇ ਕੋਲ ਹੈ, ਇਫ ਅ ਪੇਸ਼ੈਂਟ ਇਜ਼ ਪੁੱਟ ਔਨ ਡਾਇਲਿਸਿਸ ਹੀ ਇਜ਼ ਮੋਸਟ ਲਾਈਕਲੀ ਸਫਰਿੰਗ ਫਰੋਮ ਡੈਸ਼ ਏਲਮੈਂਟ। ਮਤਲਬ ਕਿ ਇਹਨਾਂ 'ਚੋਂ ਇੱਕ ਹੁੰਦਾ ਇਹੋ ਜਿਹਾ ਸਿਸਟਮ ਜਿਹੜਾ ਹੁੰਦਾ ਹੁਣ ਅੱਛਾ ਨਹੀਂ ਹੈ, ਉਹ ਆਪਣੇ ਆਪ ਐਗਜ਼ਿਸਟ ਨਹੀਂ ਹੋ ਪਾ ਰਿਹਾ। ਉਹਦੇ ਲਈ ਆਪਾਂ ਕੀ ਕਰਨੇ, ਉਹਨੂੰ ਆਰਟੀਫਿਸ਼ੀਅਲ ਜਿਹਨੂੰ ਆਪਾਂ ਕਹਿੰਦੇ ਹਾਂ
ਜਿਨ੍ਹਾਂ ਆਰਟੀਫਿਸ਼ਲੀ ਕੀ ਹੋ ਜਾਂਦੀਆਂ, ਜਿਨ੍ਹਾਂ ਦੀਆਂ ਕਿਡਨੀਜ਼ ਅੰਤ ਹੋ ਜਾਂਦਾ ਉਹਨਾਂ ਦਾ, ਤਾਂ ਉਹਨਾਂ ਨੂੰ ਆਪਾਂ ਆਰਟੀਫਿਸ਼ਲੀ ਇੱਕ ਮਸ਼ੀਨ 'ਤੇ ਲਾਉਂਦੇ ਜਿਹਨੂੰ ਆਪਾਂ ਕਹਿੰਦੇ ਹਾਂ ਹਾਇਲਸਿਸ। ਤਾਂ ਇਹਦਾ ਆਨਸਰ ਹੈ ਸੀ ਆਪਸ਼ਨ, that is option number C is the right answer. Next question, water absorption from roots will be increased by keeping the plants in, ਉਹਨੂੰ ਆਪਾਂ ਕੀ ਸ਼ੇਡ 'ਚ ਰੱਖ ਦਈਏ, ਮਤਲਬ ਕਿਸੇ ਦੀ ਪਰਛਾਈ 'ਚ ਰੱਖੀਏ, ਡਿਮ ਲਾਈਟ ਹਨੇਰੇ 'ਚ ਰੱਖੀਏ, ਅੰਡਰ ਦਾ ਫੈਨ ਰੱਖੀਏ, ਜਾਂ ਉਹਦੇ ਉੱਤੇ ਕੋਈ ਚੀਜ਼ ਓਵਰਲੈਪ ਹੋ ਜਾਏਗੀ। ਤਾਂ ਸਿੰਪਲ ਜਿਹਾ ਆਪਾਂ ਇੰਕਰੀਜ਼ ਹੋਣੀ ਨਾ, ਇੰਕਰੀਜ਼ ਹੋਏਗੀ ਬਾਏ ਦ ਅੰਡਰ ਦਾ ਫੈਨ। ਠੀਕ ਹੈ, ਜਦੋਂ ਆਪਾਂ ਪੱਖੇ ਨੀਚੇ ਰੱਖਾਂਗੇ ਇਵੈਪੋਰੇਸ਼ਨ ਇੰਕਰੀਜ਼ ਹੋ ਜਾਂਦੀ ਹੈ, ਤਾਂ ਜਿਹੜੀ ਐਬਜ਼ੋਰਪਸ਼ਨ ਉਹ ਵੀ ਇੰਕਰੀਜ਼ ਹੋ ਜਾਂਦੀ ਹੈ। ਨੈਕਸਟ ਕੁਐਸਚਨ ਹੈ, ਆ ਬਲੱਡ ਵੈਸਲ ਵਿਚ ਕੈਰੀਜ਼ ਬਲੱਡ ਬੈਕ ਟੂ ਦਾ ਹਾਰਟ। ਦੇਖੋ ਇਸ ਚੀਜ਼ ਇੰਪੋਰਟੈਂਟ ਹੈ, ਤੁਸੀਂ ਯਾਦ ਰੱਖਣੀ, ਜਿਹੜੀ ਹਾਰਟ ਤੱਕ ਲੈ ਕੇ ਆਉਂਦੀਆਂ ਨੇ ਉਹ ਹੁੰਦੀਆਂ ਨੇ ਵੇਨਸ। ਆਪਸ਼ਨ ਬੀ, ਵੇਨਸ ਕੀ ਨੇ, ਹਾਰਟ ਤੱਕ ਲੈ ਕੇ ਆਉਂਦੀਆਂ ਬਲੱਡ ਨੂੰ, ਚਾਹੇ ਉਹਦੇ 'ਚ ਆਕਸੀਜਨ ਹੋਵੇ ਚਾਹੇ ਨਾ ਹੋਵੇ। ਅਤੇ ਜਿਹੜੀਆਂ ਬਲੱਡ ਹਾਰਟ ਤੋਂ ਬਾਹਰ ਲੈ ਕੇ ਜਾਂਦੀ ਹੈ, ਹਾਰਟ ਟੂ ਔਰਗਨਸ ਵੀ ਹੋ ਸਕਦਾ ਹੈ, ਜਾਂ ਕੀ ਹੋ ਸਕਦਾ, ਹਾਰਟ ਟੂ ਲੰਗਸ ਵੀ ਹੋ ਸਕਦਾ ਹੈ। ਹਾਰਟ ਟੂ ਲੰਗਸ, ਹਾਰਟ ਟੂ ਔਰਗਨ ਜਿਹੜੀ ਲੈ ਕੇ ਜਾਂਦੀ ਉਹ ਹੁੰਦੀਆਂ ਨੇ ਆਰਟਰੀਜ਼। ਤਾਂ ਇਹਦਾ ਆਪਸ਼ਨ ਨੰਬਰ ਬੀ ਰਾਈਟ ਆਨਸਰ ਹੈ। ਨੈਕਸਟ ਕੁਐਸਚਨ ਹੈ, ਬਲੱਡ ਇਜ਼ ਪੰਪਡ ਫਰੋਮ ਦਾ ਹਾਰਟ ਟੂ ਦਾ ਐਂਟਾਇਰ। ਦੇਖੋ ਹਾਰਟ ਤੋਂ ਜਿਹੜਾ ਆਪਾਂ ਨੂੰ ਪਤਾ ਆਕਸੀਜਨ ਨਾਲ ਜਿਹੜਾ ਲੈ ਕੇ ਆਉਂਦਾ ਹੈ, ਵੇਨਸ ਲੈ ਕੇ ਆਉਂਦੀਆਂ ਬਲੱਡ, ਉਹ ਹਾਰਟ ਉਹਨੂੰ ਕੀ ਕਰਦਾ, ਹਾਰਟ ਦਾ ਮੇਨ ਫੰਕਸ਼ਨ ਹੀ ਕੀ ਹੈ, ਪੰਪਿੰਗ ਆਫ ਬਲੱਡ। ਜਦੋਂ ਹਾਰਟ ਕੀ ਕਰਦਾ ਪੰਪ, ਤਾਂ ਉਹ ਕਿਹਦੀ ਹੈਲਪ ਨਾਲ ਕੀਤਾ ਜਾਂਦਾ, ਹਾਰਟ ਦੇ ਦੋ ਪਾਰਟ ਹੁੰਦੇ ਆ, ਉੱਪਰਲੇ ਆਪਾਂ ਨੂੰ ਪਤਾ ਹੈ ਹਾਰਟ ਦੇ ਕਿੰਨੇ ਹਿੱਸੇ, ਹਿਊਮਨਸ ਦੇ ਐਨੀਮਲਸ ਦੇ 4 ਪਾਰਟਸ ਹੈ, ਫਸਟ ਸੈਕਿੰਡ ਥਰਡ ਫੋਰਥ। ਉੱਪਰ ਨੂੰ ਕਹਿੰਦੇ ਐਟਰੀਅਮਸ, ਲੈਫਟ ਔਰ ਰਾਈਟ ਐਟਰੀਅਮ। ਉੱਦਾਂ ਹੀ ਇਹਨਾਂ ਨੂੰ ਕਹਿੰਦੇ ਨੀਚੇ ਨੂੰ ਵੈਂਟਰੀਕਲਸ। ਤਾਂ ਇਹਦਾ ਆਨਸਰ ਆਏਗਾ ਵੈਂਟਰੀਕਲਸ ਦੇ ਹੈਲਪ ਨਾਲ ਉਹ ਹਾਰਟ ਤੋਂ ਬਾਹਰ ਨਿਕਲਦੀਆਂ ਨੇ। ਦਾ ਬਲੱਡ ਲੀਵਿੰਗ ਦਾ ਟਿਸ਼ੂਜ਼ ਬਿਕਮ ਰਿਚਰ ਇਨ। ਦੇਖੋ ਹੁਣ ਜਦੋਂ ਬਲੱਡ ਔਰਗਨਸ ਤੋਂ ਵਾਪਸ ਆਏਗਾ, ਉਹਦਾ ਮਤਲਬ ਇਹੀ ਹੈ ਔਰਗਨਸ ਤੋਂ ਜਦੋਂ ਵਾਪਸ ਆਏਗਾ ਤਾਂ ਉਹਦੇ ਕੋਲ ਇੱਕ ਚੀਜ਼ ਦੀ ਅਮਾਊਂਟ ਹਾਈਅਰ ਹੋਏਗੀ। ਉਹ ਕੀ ਹੋਏਗਾ ਇਹਨਾਂ 'ਚੋਂ, ਸਿੰਪਲ ਜਿਹਾ ਆਪਾਂ ਕੀ ਆਪਣੇ 'ਚੋਂ ਕੀ ਨਿਕਲਦਾ ਬਾਹਰ, CO2। ਠੀਕ ਹੈ, ਤਾਂ ਇਹਦਾ ਆਨਸਰ ਆਏਗਾ CO2 ਦੇ। ਇੱਥੇ ਲਿਖਿਆ ਐਂਟਰ ਲਿਖਿਆ ਨਾ ਲਿਵਿੰਗ ਦਾ, ਜੇ ਐਂਟਰ ਦਾ ਉਹਦਾ ਆਨਸਰ ਆਉਂਦਾ ਆਕਸੀਜਨ ਹੁੰਦੀ ਉਹਨਾਂ ਕੋਲ, ਅਤੇ ਜਦੋਂ ਬਾਹਰ ਨਿਕਲਦੇ ਉਹਨਾਂ ਕੋਲ CO2। ਇਹ ਆਪਸ਼ਨ ਇਜ਼ ਦਾ ਰਾਈਟ ਆਨਸਰ। ਨੈਕਸਟ ਕੁਐਸਚਨ ਹੈ, ਵਟ ਪ੍ਰੀਵੈਂਟ ਦਾ ਬੈਕ ਫਲੋ ਆਫ ਬਲੱਡ ਇਨਸਾਈਡ ਦਾ ਹਾਰਟ ਡਿਊਰਿੰਗ ਕੰਟਰੈਕਸ਼ਨ। ਇਹਨਾਂ 'ਚੋਂ ਇੱਕ ਚੀਜ਼ ਹੈ ਜੋ ਇੱਕ ਵਾਰੀ ਹਾਰਟ ਤੋਂ ਅੱਗੇ ਨਿਕਲ ਗਈ ਤਾਂ ਉਹ ਵਾਪਿਸ ਨਹੀਂ ਆ ਸਕਦੀ। ਤਾਂ ਸਿੰਪਲ ਜੇ ਦੈਟ ਇਜ਼ ਆਪਸ਼ਨ ਨੰਬਰ ਬੀ। ਦੋ ਟਾਈਪ ਦੀ ਵਾਲਸ ਹੁੰਦੇ, ਇੱਕ ਹੁੰਦੀ ਬਾਈਕਸਪਿਡ ਵਾਲ, ਹੈ ਨਾ, ਬਾਈਕਸਪਿਡ ਵਾਲ, ਇੱਕ ਹੁੰਦੀ ਹੈ ਟ੍ਰਾਈਕਸਪਿਡ ਵਾਲ। ਦੋ ਹੁੰਦੀਆਂ ਇੱਦਾਂ ਦੀਆਂ ਹੁੰਦੀਆਂ, ਉੱਪਰ ਐਟਰੀਅਮ ਹੈ ਨੀਚੇ ਵੈਂਟਰੀਕਲ, ਇਹਦੇ 'ਚ ਐਂਟਰ ਹੋ ਗਿਆ ਤਾਂ ਫਿਰ ਉਹ ਵਾਪਸ ਨਹੀਂ ਜਾਊਗਾ। ਤਾਂ ਜਿਹੜੀਆਂ ਆਹ ਲੱਗੀਆਂ ਹੁੰਦੀਆਂ ਦੋ, ਇਹਨੂੰ ਕਹਿੰਦੇ ਆ ਵਾਲਵਸ। ਤਾਂ ਇਹ ਚੀਜ਼ ਇੰਪੋਰਟੈਂਟ ਹੈ। ਨੈਕਸਟ ਕੁਐਸਚਨ ਹੈ, ਵਿਚ ਆਫ ਦਾ ਫੋਲੋਇੰਗ ਇਜ਼ ਰਾਈਟ ਪਾਥ ਬਾਏ ਯੂਰਿਨ। ਦੇਖੋ ਜਿਹੜੀ ਆਪਾਂ ਨੂੰ ਪਤਾ ਹੈ ਯੂਰਿਨ ਦੀ ਫੋਰਮੇਸ਼ਨ ਸਭ ਤੋਂ ਪਹਿਲਾਂ ਕਿਹਦੇ 'ਚ ਹੁੰਦੀ ਹੈ, ਆਪਾਂ ਨੂੰ ਪਤਾ ਹੈ। ਦੇਖੋ ਹਰ ਕਿਸੇ 'ਚ ਫਸਟ ਆਪਸ਼ਨ ਸੇਮ ਹੈ, ਦੈਟ ਇਜ਼ ਆ ਰੋਂਗ ਹੋ ਜਾਏਗਾ ਬਿਲਕੁਲ ਹੀ, ਦੈਟ ਇਜ਼ ਕਿਡਨੀ ਦੇ ਵਿੱਚ ਆਪਾਂ ਨੂੰ ਪਤਾ ਹੈ ਹਾਰਟ ਜਿਹੜਾ ਐਬਜ਼ੋਰਪਸ਼ਨ ਹੁੰਦੀ ਵਾਟਰ ਮਿਨਰਲ ਦੀ ਹੋ ਕੇ ਬਾਕੀ ਪਿੱਛੇ ਬਚ ਜਾਂਦਾ ਯੂਰਿਨ, ਉਹ ਫਿਰ ਕਿੱਥੋਂ ਪਾਸ ਕੀਤਾ ਜਾਂਦਾ ਹੈ। ਦੇਖੋ ਤੁਹਾਨੂੰ ਇੱਥੇ ਫਿਗਰ ਮੇ ਸ਼ੋ ਹਰ ਰਿਹਾ, ਤੁਹਾਨੂੰ ਆਈਡੀਆ ਹੋ ਜਾਏਗਾ। ਆਪਣੀਆਂ ਲੈਫਟ ਅਤੇ ਰਾਈਟ ਦੋ ਕਿਡਨੀਜ਼ ਹੁੰਦੀਆਂ, ਇਹਨਾਂ 'ਚੋਂ ਕੀ ਨਿਕਲਦੇ ਆ ਬਾਹਰ, ਯੂਰੇਟਰਸ। ਅੱਗੋਂ ਫਿਰ ਕੀ ਹੈ ਆਪਣੇ ਕੋਲ ਬਲੈਡਰ, ਅਤੇ ਫਿਰ ਅੱਗੋਂ ਕੀ ਆਪਣੇ ਕੋਲ ਯੂਰੇਥਰਾ। ਠੀਕ ਹੈ, ਤਾਂ ਆਪਾਂ ਇਹਦੇ ਹੈਲਪ ਨਾਲ ਕੀ ਇਹਦੇ 'ਚ ਉੱਪਰ ਵਿਕ ਜਾਂਦੀ ਆ, ਉਹਨਾਂ ਨੂੰ ਕਹਿੰਦੇ ਆ ਰੀਨਲ ਵੇਨ ਅਤੇ ਆਰਟਰੀ। ਠੀਕ ਹੈ, ਰੀਨਲ ਵੇਨ ਅਤੇ ਇੱਕ ਆਰਟਰੀ ਹੁੰਦੀ ਜੋ ਉੱਪਰ ਲੈ ਕੇ ਜਾਂਦੀ ਹੈ ਅਗੇਨ ਵਾਪਸ, ਜੋ ਇਹਨਾਂ 'ਚ ਐਬਜ਼ੋਰਪਸ਼ਨ ਹੋ ਜਾਏਗੀ। ਤਾਂ ਸਿੰਪਲ ਜਿਹੀ ਚੀਜ਼ ਹੈ, ਇੱਥੋਂ ਕੀ ਹੁੰਦਾ ਹੈ ਪੇਪਰ 'ਚ ਆ ਜਾਏ, ਵਟ ਇਜ਼ ਦ ਫੰਕਸ਼ਨ ਆਫ ਲੈਫਟ ਔਰ ਰਾਈਟ ਕਿਡਨੀ ਆਫ ਹਿਊਮਨ ਬੀਇੰਗ। ਤਾਂ ਉਹਦਾ ਆਂਸਰ ਆਏਗਾ ਫਿਲਟਰੇਸ਼ਨ ਆਫ ਬਲੱਡ। ਬਲੱਡ ਨੂੰ ਕੀ ਕਰਦੀਆਂ ਫਿਲਟਰ, ਉਹਨਾਂ ਜਿਹੜੀ ਐਬਜ਼ੋਰਬ ਹੋਣ ਵਾਲੇ ਨਿਊਟਰਨਸ ਐਬਜ਼ੋਰਬ ਹੋ ਕੇ ਉੱਪਰ ਨਿਕਲ ਜਾਂਦੇ ਫਰੋਮ ਰੀਨਲ ਆਰਟਰੀ ਔਰ ਵੇਨਸ ਦੇ ਹੈਲਪ ਨਾਲ। ਨੀਚੇ ਕੀ ਨੇ ਯੂਰੇਟਰਸ ਹੈ, ਉਹ ਉਹਨਾਂ ਨੂੰ ਨੀਚੇ ਲੈ ਕੇ ਜਾਂਦੇ, ਫਿਰ ਉਹ ਕਿਹਦੇ 'ਚ ਜਾਂਦਾ ਬਲੈਡਰ ਦੇ ਵਿੱਚ। ਤਾਂ ਆਪਸ਼ਨ ਨੰਬਰ ਸੀ ਇੱਥੇ ਰਾਈਟ ਆਨਸਰ ਹੈ।
ठीक है स्टूडेंट्स, ऑप्शन सी इज़ द राइट आंसर हेयर। नेक्स्ट क्वेश्चन है, इन विच ऑफ द फॉलोइंग वर्टिब्रेट ग्रुप्स या ग्रुप हार्ट डज नॉट पंप ऑक्सीजनेटेड ब्लड टू डिफरेंट पार्ट्स। ਇਹਨਾਂ 'ਚੋਂ ਇੱਕ ਆਪਸ਼ਨ ਹੈ ਜਿਹਦੇ 'ਚ ਹਾਰਟ ਕੀ ਹੈ ਡਿਫਰੈਂਟ ਔਰਗਨਸ ਜਿਹੜੇ ਆ ਉਹ ਤੱਕ ਨਹੀਂ ਲੈ ਕੇ ਜਾਂਦਾ। ਸਿੰਪਲ ਜਿਹੀ ਚੀਜ਼ ਹੈ, ਜਿਹੜਾ ਆਕਸੀਜਨ ਵਾਲਾ ਜਿਹੜੀ ਵੀ ਚੀਜ਼ ਆਉਂਦੀ ਨਾ, ਇੱਕ ਇਹਦੀ ਐਗਜ਼ਾਮਪਲ ਹੈ ਮੱਛੀਆਂ, ਤਾਂ ਉਹਦੀ ਐਗਜ਼ਾਮਪਲ ਪੀਸਿਸ। ਠੀਕ ਹੈ, ਮੱਛੀ ਨੂੰ ਆਪਾਂ ਇੱਕ ਰੱਖਦੇ ਹਾਂ ਅਲੱਗ, these are type of vertebrate group, ਤਾਂ ਦਾ ਆਂਸਰ ਹੈ ਪੀਸਿਸ। which vein bring, ਦੇਖੋ ਇਹੋ ਜਿਹੀ ਵੇਨ ਦਾ ਨਾਮ ਦੱਸਣਾ ਹੈ ਜਿਹੜਾ ਸਾਫ਼ ਲੈ ਕੇ ਆਉਂਦੀ ਹੈ ਬਲੱਡ ਫਰੋਮ ਲੰਗਸ ਟੂ ਹਾਰਟ, ਲੰਗਸ ਤੋਂ ਹਾਰਟ ਤੱਕ ਲੈ ਕੇ ਕੌਣ ਆਉਂਦੀ ਹੈ, ਔਰ ਬਿਲਕੁਲ ਹੋਵੇ ਕਿ ਉਹ ਸਾਫ਼ ਹੋਵੇ, ਮਤਲਬ ਆਕਸੀਜਨ ਵਾਲਾ ਹੋਵੇ, ਤਾਂ ਉਹਦਾ ਆਂਸਰ ਆਏਗਾ ਵੇਨ, ਆਪਸ਼ਨ ਨੰਬਰ ਬੀ। ਆਪਾਂ ਨੂੰ ਪਤਾ ਹੈ ਲੈ ਕੇ ਕੌਣ ਆਉਂਦੀ ਹੈ, ਵੇਨਸ ਲੈ ਕੇ ਆਉਂਦੀ ਹੈ ਜੋ, ਬਟ ਜਿਹੜੀ ਆਹ ਨੇ ਇਹ ਲੈ ਕੇ ਆਉਂਦੀ ਹੈ ਡੀਆਕਸੀਜਨੇਟਿਡ, ਇਹ ਲੈ ਕੇ ਆਉਂਦੀ, ਇਹ ਤਾਂ ਉੱਥੋਂ ਜਿਹੜੀ ਹੁਣੇ ਦੱਸੀ ਜਿਹੜੀ ਆਪਾਂ ਨੂੰ ਕੀ ਹੈ ਐਬਜ਼ੋਰਪਸ਼ਨ ਆਫ ਨਿਊਟ੍ਰੈਂਟਸ ਹੋ ਜਾਏਗਾ ਫਰੋਮ ਲੈਫਟ ਔਰ ਰਾਈਟ ਕਿਡਨੀਸ ਤੋਂ, ਤਾਂ ਇੱਕ ਆਪਸ਼ਨ ਬਚ ਗਈ, ਦੈਟ ਇਜ਼ ਆਪਸ਼ਨ ਨੰਬਰ ਬੀ। ਨੈਕਸਟ ਕੁਐਸਚਨ, ਵਿਚ ਬਲੱਡ ਵੈਸਲਸ ਡਜ਼ ਨੋਟ ਕੈਰੀ ਐਨੀ CO2, ਇਹਨਾਂ 'ਚੋਂ ਇੱਕ ਇਹੋ ਜਿਹੀ ਜਿਹਦੇ 'ਚ CO2 ਨਿਕਲਦੀ ਨਹੀਂ ਹੈ, ਤਾਂ ਆਪਸ਼ਨ ਤੁਹਾਡੇ ਅੱਗੇ ਨੇ, ਪਲੀਜ਼ ਆਂਸਰ ਦਿਸ ਕੁਐਸਚਨ। ਤਾਂ ਇਹਦਾ ਆਂਸਰ ਆਏਗਾ ਵੀਨਾ ਹੈਵਾ। ਠੀਕ ਹੈ, ਆਪਸ਼ਨ ਬੀ ਇਜ਼ ਦ ਰਾਈਟ ਆਂਸਰ ਹੇਅਰ। ਨੈਕਸਟ ਕੁਐਸਚਨ, it has been found that people living at very high mountains have more RBCs in their blood than the people living in, ਮਤਲਬ ਸਿੰਪਲ ਹੈ ਜਿਹੜੇ ਹਿਲੀ ਏਰੀਆ ਵਾਲੇ ਪੀਪਲ ਉਹਨਾਂ 'ਚ RBC ਦੀ ਅਮਾਊਂਟ ਹਾਈਅਰ ਹੁੰਦੀ ਹੈ ਐਜ਼ ਕੰਪੇਅਰ ਟੂ ਆਪਣੇ, ਤਾਂ ਉਹਦੇ ਵਾਸਤੇ ਕੀ ਰੀਜ਼ਨ ਹੈ ਇਹਨਾਂ ਵਿੱਚੋਂ। ਦੇਖੋ ਫਸਟ ਲਿਖਿਆ ਦ ਹੋਲਡ ਕਲਾਈਮੇਟ ਸਟਿਮੂਲੇਟਸ ਦ ਪ੍ਰੋਡਕਸ਼ਨ ਆਫ RBC ਟੂ ਕੀਪ, ਤਾਂ ਕਿ ਆਪਣਾ ਟੈਂਪਰੇਚਰ ਅੱਛਾ ਰਹੇ ਐਜ਼ ਕੰਪੇਅਰ ਟੂ ਆਊਟਸਾਈਡ ਦੇ। ਪੀਪਲ ਆਫ ਹਾਈ ਮਾਊਂਟੇਨਸ ਬਰੀਦ, ਉਹਨਾਂ ਦੀ ਬਰੀਦਿੰਗ ਰੇਟ ਹਾਈਅਰ ਹੈ, ਇੱਦਾਂ ਤਾਂ ਹੁੰਦਾ ਹੀ ਨਹੀਂ, ਤਾਂ ਆਪਸ਼ਨ ਏ ਵੀ ਬਿਲਕੁਲ ਰੋਂਗ ਹੈ, ਬੀ ਵੀ ਆਪਸ਼ਨ ਰੋਂਗ ਹੈ। ਸੀ ਕੀ ਲੋ ਏਅਰ ਪ੍ਰੈਸ਼ਰ ਰਿਕੁਆਇਰ ਮੋਰ RBC ਟੂ ਸਪਲਾਈ ਦ ਸੈਲਸ, ਇਹ ਬਿਲਕੁਲ ਠੀਕ ਹੈ। ਦੇਖੋ ਆਪਾਂ ਜਿਵੇਂ ਹਾਈਟ 'ਤੇ ਆਉਂਦੇ ਜਾਂਦੇ ਹਾਂ ਆਪਣਾ ਜਿਹੜਾ ਐਟਮੋਸਫੇਅਰ ਪ੍ਰੈਸ਼ਰ ਉਹ ਲੋ ਹੁੰਦਾ ਜਾਂਦਾ ਹੈ, ਜੇ ਐਟਮੋਸਫੇਅਰਿਕ ਜਿਹੜਾ ਪ੍ਰੈਸ਼ਰ ਹੀ ਲੋ ਹੋ ਜਾਏਗਾ ਤਾਂ ਆਪਣੀ ਜਿਹੜੀਆਂ ਫਿਰ ਜਿਹੜਾ ਮੂਵਮੈਂਟ ਹੈ ਪਾਰਟੀਕਲਸ ਦੀ ਆਪਣੇ ਅੰਦਰ ਬਲੱਡ ਦੀ ਉਹ ਰੁਕ ਜਾਏਗੀ ਨਾ, ਤਾਂ ਇਸ ਕਰਕੇ ਉਹ ਸਪੀਡ ਇੰਕਰੀਜ਼ ਹੋ ਜਾਂਦੀ ਤਾਂ ਕਿ ਆਕਸੀਜਨ ਸਾਰਿਆਂ ਨੂੰ ਮਿਲ ਸਕੇ, ਇਸ ਕਰਕੇ RBC ਦਾ ਨੰਬਰ ਵੱਧ ਜਾਂਦਾ। ਸੀ ਇਜ਼ ਦ ਰਾਈਟ ਆਂਸਰ। ਨੈਕਸਟ ਕੁਐਸਚਨ ਹੈ, ਦ ਫਲੋਐਮ ਟਿਸ਼ੂ ਇਜ਼ ਰਿਸਪੋਂਸੀਬਲ ਫॉर द ट्रांसफ़र ऑफ डैश, तो सिंपल है, देखो कुछ बच्चे वेद ने ऑल द अबव आंसर, बट ये रॉन्ग है। शुगर बोले तो ग्लूकोज बोले तो स्टार्च बोले तो फूड पार्टिकल्स ਨੂੰ कौन लेके जाता है, फ्लोएम लेके जाता है। 18th क्वेश्चन, ਇਹਨਾਂ ਵਿੱਚੋਂ ਇੱਕ ਹੈ ਜਿਨ੍ਹਾਂ ਦਾ ਕੀ ਇਹ ਵਿਚ ਹੈਜ਼ 3 ਚੈਂਬਰਡ ਹਾਰਟ, ਹਿਊਮਨਸ ਦਾ ਕਿੰਨਾ ਹੁੰਦਾ 4 ਚੈਂਬਰਡ ਹੁੰਦਾ ਹੈ, ਅਤੇ ਜਿੰਨੇ ਵੀ ਰੈਪਟਾਈਲਸ ਵਗੈਰਾ ਨੇ ਜਿਹੜੇ ਰੇਂਗਨ ਵਾਲੇ ਜਿਹਨੂੰ ਆਪਾਂ ਦਿੰਦੇ ਹਾਂ ਹੈ ਨਾ, ਤਾਂ ਉਹਨਾਂ 'ਚ ਹੁੰਦਾ ਹੈ ਲੀਜ਼ਰਡ ਦੀ ਐਗਜ਼ਾਮਪਲ ਆਏਗੀ ਜਿਹਦੇ 'ਚ ਕਿੰਨੇ ਹਾਰਟ ਹੁੰਦਾ ਚੈਂਬਰ ਹੈ 3 ਚੈਂਬਰ ਹੈ। 19ਵਾਂ ਕੁਐਸਚਨ ਹੈ, ਵਿਚ ਆਫ ਦ ਫੋਲੋਇੰਗ ਆਰ ਦ ਲਾਰਜੈਸਟ ਅਮਾਊਂਟ ਆਫ ਨਾਈਟ੍ਰੋਜਨ ਐਕਸਕ੍ਰੀਟਿਡ ਫਰੋਮ ਆ ਮੈਮੇਲੀਅਨ। ਦੇਖੋ ਆਪਾਂ ਨੂੰ ਪਤਾ ਹੈ ਸਭ ਤੋਂ ਵੱਧ ਅਮੋਨੀਆ ਜਿਹੜਾ ਸਬਸਟਾਂਸ ਉਹ ਕਿਹਦੇ ਵਿੱਚੋਂ ਨਿਕਲਦਾ, ਆਪਣੇ ਯੂਰੀਨ ਵਿੱਚੋਂ ਨਿਕਲਦਾ, ਇਸ ਕਰਕੇ ਉਹਦਾ ਜਿਹੜੀ ਸਮੈਲ ਉਹ ਬੜੀ ਅਜੀਬ ਜਿਹੀ ਹੁੰਦੀ ਹੈ ਨਾ, ਤਾਂ ਉਹ ਤੁਸੀਂ ਉਹ ਅਮੋਨੀਆ ਨਿਕਲਦਾ ਇਸ ਕਰਕੇ ਉਹਦੀ ਵਜ੍ਹਾ ਨਾਲ ਹੁੰਦੀ ਹੈ। ਨੈਕਸਟ ਕੁਐਸਚਨ, ਵਿਚ ਵਨ ਆਫ ਦ ਫੋਲੋਇੰਗ ਹੈਜ਼ ਸਾਈਟੋਪਲਾਜ਼ਮ ਬਟ ਨੋ ਨਿਊਕਲੀਅਸ, ਇਹਨਾਂ 'ਚੋਂ ਇੱਕ ਆਪਸ਼ਨ ਇਹ ਹੈ ਜਿੰਨਾ ਸਾਈਟੋਪਲਾਜ਼ਮ ਤਾਂ ਹੈ ਬਟ ਨਿਊਕਲੀਅਸ ਨਹੀਂ ਹੁੰਦਾ, ਤਾਂ ਆਪਸ਼ਨ ਐਗਜ਼ਾਈਲਮ ਵੈਸਲ, ਸੀਵ ਟਿਊਬ, ਰੈਕੀਆਰਡ, ਕੰਪੈਨੀਅਨ ਸੈਲ। ਹਾਂਜੀ ਪਲੀਜ਼ ਆਂਸਰ ਦਿਸ question। ਤਾਂ ਆਪਸ਼ਨ ਬੀ ਅੰਦਰ ਰਾਈਟ ਆਂਸਰ ਹੈ ਜੀ। ਠੀਕ ਹੈ, ਆਪਸ਼ਨ ਬੀ ਹੈ ਜਿਹਦੇ 'ਚ ਨਿਊਕਲੀਅਸ ਨਹੀਂ ਹੁੰਦਾ ਬਟ ਸਾਈਟੋਪਲਾਜ਼ਮ ਹੈ। ਨੈਕਸਟ ਕੁਐਸਚਨ, ਦ ਪ੍ਰੋਸੈਸ ਆਫ carrying food from leaves to the other parts of the plant is known as,
ਇਸ ਪ੍ਰੋਸੈਸ ਨੂੰ ਕੀ ਕਹਿੰਦੇ, ਜਿੰਦੇ 'ਚ ਜਿਹੜਾ ਫਲੋਐਮ ਟਿਸ਼ੂ ਉਹ ਸਾਰੇ ਪਾਰਟਸ ਤੱਕ ਲੈ ਕੇ ਜਾਂਦਾ ਹੈ ਗਲੂਕੋਜ਼। ਤਾਂ ਉਹਦਾ ਆਨਸਰ ਹੈ ਸੀ। ਅੱਧੇ ਲਗਾਉਣਗੇ ਬੀ ਵਿਚ ਇਜ਼ ਰੋਂਗ। ਠੀਕ ਹੈ, ਰਾਂਸ ਦਾ ਮਤਲਬ ਹੁੰਦਾ ਲੈ ਕੇ ਜਾਣਾ, ਲੋਕੇਸ਼ਨ ਮਤਲਬ ਇੱਕ ਲੋਕੇਸ਼ਨ ਤੋਂ ਅਨਦਰ ਲੋਕੇਸ਼ਨ। ਇਹ ਤਾਂ ਤੁਸੀਂ ਯਾਦ ਰੱਖ ਸਕਦੇ ਹੋ। 22nd ਕੁਐਸਚਨ ਹੈ ਵਿਚ ਆਫ ਦ ਫੋਲੋਇੰਗ ਇਜ਼ ਨੋਟ ਕੰਡਕਟਿੰਗ ਟਿਸ਼ੂ ਇਨ ਨੋਨ ਫਲਾਵਰਿੰਗ ਪਲਾਂਟਸ। ਇਹਨਾਂ ਵਿੱਚੋਂ ਇੱਕ ਓਨਲੀ ਕੰਡਕਟਿੰਗ ਜਿਹੜਾ ਹੈ ਟਿਸ਼ੂ, ਤੁਸੀਂ ਉਹਦਾ ਆਨਸਰ ਕੀ ਆਏਗਾ? ਲੈਟ ਅਸ ਸੀ ਹੂ ਵਿਲ ਆਨਸਰ ਦਿਸ ਕੁਐਸਚਨ। ਤੇ ਇਹਦਾ ਆਨਸਰ ਆਏਗਾ ਕੰਪੈਨੀਅਨ ਸੈਲਸ। ਕੰਪੈਨੀਅਨ ਜਿਹੜੇ ਹੁੰਦੇ ਨੇ ਇਹ ਆਪਣੇ ਕੋਲ ਕੀ ਨੇ, ਦੀਜ਼ ਆਰ ਪਾਰਟਸ ਆਫ ਫਲੋਇਮ, ਹੈ ਨਾ। ਤਾਂ ਉਹਦੇ 'ਚ ਇਹ ਆਨਸਰ ਹੈ ਕੰਪੈਨੀਅਨ ਸੈਲਸ। Next question, which of the following helps in the upward movement of water and dissolved minerals from the roots to the leaves from the stem? then ਦਾ ਜਿਹੜਾ ਆਨਸਰ ਆਏਗਾ ਉਹ ਆਏਗਾ ਟਰਾਂਸਪੀਰੇਸ਼ਨ। ਠੀਕ ਹੈ, ਵਾਟਰ ਜਿਹੜਾ ਵੈਪਰਸ ਨੇ ਉਹ ਉੜ ਜਾਂਦੇ ਨਾ ਹਵਾ 'ਚ, ਇਵੈਪੋਰੇਸ਼ਨ ਹੁੰਦੇ ਫਰੋਮ ਲੀਵਸ। ਇਹ ਐਜ਼ ਇਟ ਇਜ਼ ਜੇ ਮੰਨ ਲਓ ਦੇਖੋ ਈਜ਼ੀ ਆਉਂਦਾ ਤਾਂ ਕੀ ਆਉਂਦਾ, ਵਟ ਇਜ਼ ਅ ਪ੍ਰੋਸੈਸ ਨੋਨ ਐਜ਼ ਇਵੈਪੋਰੇਸ਼ਨ ਫਰੋਮ stomata of the leaves, तो ਉਹਨੂੰ ਕਹਿੰਦੇ ਆ transpiration। next question 24th, which one of the following does not have valves? ਇਹਨਾਂ 'ਚੋਂ ਇੱਕ ਹੈ ਜਿਨ੍ਹਾਂ ਦੇ ਵੀ ਆ ਮਤਲਬ ਇੱਕ ਹੀ ਜੇ ਹੋ ਜੇ ਪਾਸ ਤਾਂ ਗੇਨ ਨਹੀਂ ਹੋ ਸਕਦਾ। ਹਾਰਟ 'ਚ ਵੀ ਹੈਗੀ, ਆਰਟਰੀ 'ਚ ਵੀ ਹੁੰਦੀ, ਵੇਨਸ 'ਚ ਵੀ ਹੁੰਦੀ। ਤਾਂ ਇਹ ਆ ਗਿਆ ਬਲੱਡ ਕੈਪਲਰੀਜ਼, ਇਹਨਾਂ 'ਚ ਨਹੀਂ ਹੁੰਦੀਆਂ valves। 25th question, which of the following is accomplished in a plant by utilizing the energy stored in ATP? ਦੇਖਦੇ ਹਾਂ ਹੂ ਵਿਲ ਆਨਸਰ ਦਿਸ ਕੁਐਸਚਨ ਫਸਟ। ਦੇਖੋ ਜਿਹੜਾ ਵੀ ਆਪਣਾ ਫੋਟੋਸਿੰਥੇਸਿਸ ਤੋਂ ਜੋ ਵੀ ਨਿਕਲਦਾ ਉਹ ਕਿੰਦੀ ਫੋਰਮ ਵਿੱਚ ਹੁੰਦਾ, ਸਟੋਰਡ ਇਨ ਦੀ ਫੋਰਮ ਆਫ ਫੂਡ ਪਾਰਟੀਕਲਸ। ਤਾਂ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ, ਫੂਡ। 26th ਹੈ ਆਪਣੇ ਕੋਲ ਕੋਐਗੂਲੇਸ਼ਨ ਆਫ ਬਲੱਡ ਇਨ ਅ ਕੱਟ ਔਰ ਵਾਊਂਡ। ਇਹ ਆਪਣਾ ਕਿੰਦੀ ਹੈਲਪ ਨਾਲ ਹੁੰਦਾ, ਤੁਹਾਨੂੰ ਅੱਗੇ ਵੀ ਕਿਹਾ ਆਪਸ਼ਨ ਨੰਬਰ ਬੀ ਪਲੇਟਲੈਟਸ ਜਿਹੜੀਆਂ ਉਹ ਆਪਣੇ ਜਿਹੜਾ ਵੀ ਕੋਈ ਚੀਜ਼ ਇੰਜਰੀ ਹੋ ਜੇ ਤਾਂ ਜਿਹੜਾ ਆਪਣਾ ਬਲੱਡ ਉਹਨੂੰ ਆਊਟਸਾਈਡ ਆਉਣ ਤੋਂ ਰੋਕਦੀਆਂ ਨੇ, ਦੈਟ ਇਜ਼ ਪਲੇਟਲੈਟਸ। ਨੈਕਸਟ ਕੁਐਸਚਨ, ਦ ਬਲੱਡ ਵੈਸਲ ਵਿਚ ਕੈਰੀ ਆਕਸੀਜਨੇਟਿਡ ਬਲੱਡ ਫਰੋਮ ਲੰਗਸ ਟੂ ਹਾਰਟ। ਦੇਖੋ ਸਿੰਪਲ ਚੀਜ਼ ਹੈ, ਹਾਰਟ ਤੱਕ ਕੌਣ ਲੈ ਕੇ ਆਉਂਦਾ, ਤੁਹਾਨੂੰ ਅੱਗੇ ਵੀ ਕਿਹਾ ਸੀ ਵੇਨਸ ਲੈ ਕੇ ਆਉਂਦੀਆਂ ਨੇ, ਹੈ ਨਾ। ਹੁਣ ਤੁਸੀਂ ਇਹ ਵੇਖਣਾ ਜਿਹੜੀ ਵੇਨ ਲੈ ਕੇ ਆਏਗੀ। ਤਾਂ ਆਪਸ਼ਨ ਨੰਬਰ ਏ ਅਤੇ ਬੀ ਤਾਂ ਮੇਰੇ ਖਿਆਲ ਉੜ ਜਾਣਗੇ, ਹੈ ਨਾ। ਤਾਂ ਇਹਦਾ ਰਾਈਟ ਆਨਸਰ ਆਏਗਾ ਉਹ ਆਏਗਾ ਆਪਸ਼ਨ ਨੰਬਰ ਡੀ। ਇਹ ਅੱਗੇ ਵੀ ਆ ਚੁੱਕਿਆ ਤੁਹਾਡੇ ਕੋਲ। ਨੈਕਸਟ ਕੁਐਸਚਨ ਹੈ ਦ ਇੰਸਟਰੂਮੈਂਟ ਯੂਜ਼ਡ ਫॉर ਮੈਜ਼ਰਿੰਗ BP। ਬਲੱਡ ਪ੍ਰੈਸ਼ਰ ਆਪਾਂ ਕਿਸ ਇੰਸਟਰੂਮੈਂਟ ਨੂੰ ਨਿਕਾਲਦੇ ਆ, ਤਾਂ ਉਹਦਾ ਆਨਸਰ ਐਗਜ਼ਾਮ 'ਚ ਆਇਆ ਲਾਸਟ ਈਅਰ ਵੀ, ਸਫਿਗਮੋਮੈਨੋਮੀਟਰ। ਸਫਿਗਮੋਮੈਨੋਮੀਟਰ ਯਾਦ ਰੱਖਣਾ ਤੁਸੀਂ। 29ਵਾਂ ਆਪਣੇ ਕੋਲ ਸਕਰੀਨ 'ਤੇ ਆ ਚੁੱਕਿਆ ਆਪਣੇ ਦ ਐਕਸਕ੍ਰੀਟਰੀ ਯੂਨਿਟ ਇਨ ਦ ਹਿਊਮਨ ਸਿਸਟਮ। ਤਾਂ ਦਾ ਆਨਸਰ ਸਿੰਪਲ ਹੈ, ਦੈਟ ਇਜ਼ ਨੈਫਰੋਨ। ਨੈਫਰੋਨ ਇਜ਼ ਦ ਰਾਈਟ ਆਨਸਰ। ਨੈਕਸਟ ਕੁਐਸਚਨ, the substance which is not reabsorbed into the blood capillaries surrounding the nephron। ਨੈਫਰੋਨ ਦੇ ਵਿੱਚੋਂ ਇੱਕ ਇਹੋ ਜਿਹਾ ਸਬਸਟੈਂਸ ਹੈ ਜੋ ਐਬਜ਼ੋਰਬ ਨਹੀਂ ਹੋ ਪਾਉਂਦਾ, ਦੈਟ ਇਜ਼ ਗਲੂਕੋਜ਼। ਅਮਾਈਨੋ ਐਸਿਡ, ਯੂਰੀਆ ਵਗੈਰਾ ਸਭ ਕੁਝ ਹੋ ਜਾਂਦਾ ਹੈ, ਬਸ ਗਲੂਕੋਜ਼ ਜਿਹੜਾ ਉਹ ਐਬਜ਼ੋਰਬ ਨਹੀਂ ਹੁੰਦਾ ਉਹਦੇ ਵਿੱਚ। ਨੈਕਸਟ ਕੁਐਸਚਨ ਹੈ ਦ ਪ੍ਰੋਸੀਜਰ ਆਫ, ਦੇਖੋ ਸਿੰਪਲ ਜਿਹਾ ਹੈ, ਆਪਣੇ ਬਲੱਡ ਜਿਹੜਾ ਆਪਣਾ ਉਸ ਕਿੱਥੋਂ ਹੁੰਦਾ ਫਿਲਟਰ, ਤੁਹਾਨੂੰ ਉਹਨੇ ਕਿਹਾ ਇੱਕ ਮਸ਼ੀਨ ਦੇ ਨਾਲ, ਜਿਹਨੂੰ ਆਪਾਂ ਕਹਿੰਦੇ ਹਾਂ ਡਾਇਲਿਸਿਸ, ਆਪਸ਼ਨ ਸੀ। ਨੈਕਸਟ 32nd ਕੁਐਸਚਨ, ਦ ਔਰਗਨਸ ਇਨ ਅਰਥਵਰਮ। ਅਰਥਵਰਮ ਦੇ ਵਿੱਚੋਂ ਕਿਸ ਔਰਗਨ ਦੇ ਨਾਲ ਆਊਟਸਾਈਡ ਨਿਕਾਲਦਾ ਹੈ ਆਪਣਾ ਅਨਡਾਈਜੈਸਟਿਡ ਫੂਡ, ਉਹ ਆਉਂਦਾ ਹੈ ਉਹਦੀ ਆਪਸ਼ਨ ਹੈ ਨੈਫਰੀਡੀਆ। ਨੈਫਰੀਡੀਆ ਇਜ਼ ਦ ਰਾਈਟ ਆਨਸਰ, ਆਪਸ਼ਨ ਨੰਬਰ ਏ। ਨੈਕਸਟ ਕੁਐਸਚਨ, ਦ ਸੈਲ ਇਨ ਆਵਰ ਬਲੱਡ ਵਿਚ ਡਿਸਟਰੋਏ ਡਿਜ਼ੀਜ਼। ਦੇਖੋ ਤੁਹਾਨੂੰ ਪਤਾ ਹੀ, ਤੁਹਾਨੂੰ ਅੱਗੇ ਵੀ ਕਿਹਾ ਆਪਾਂ ਨੂੰ ਡਿਜ਼ੀਜ਼ਿਸ ਤੋਂ ਜਿਹੜਾ ਬਚਾਉਂਦਾ ਉਹ ਕੌਣ ਹੈ, WBC, ਵਾਈਟ ਬਲੱਡ ਸੈਲਸ। ਨੈਕਸਟ 34th ਕੁਐਸਚਨ ਹੈ ਦ ਵੇਵ ਆਫ ਐਕਸਪੈਂਸ਼ਨ ਆਫ ਐਨ ਆਰਟਰੀ ਵੈਨ ਬਲੱਡ ਇਜ਼ ਫੋਰਸਡ ਇਨਟੂ ਇਜ਼ ਨੋਨ ਐਜ਼ ਪਲਸ ਰੇਟ, ਹੈ ਨਾ, ਆਪਸ਼ਨ ਨੰਬਰ ਸੀ।
ਪਲਸ ਰੇਟ ਕਿੰਨੀ ਹੁੰਦੀ ਹੈ ਆਪਣੀ, ਹਾਰਟ ਬੀਟ ਕਿੰਨੀ ਹੁੰਦੀ ਹੈ ਆਪਣੀ, ਉਹ ਅਲੱਗ ਹੈ, ਪਲਸ ਰੇਟ ਅਲੱਗ ਹੈ, ਬਰੀਥਿੰਗ ਰੇਟ ਅਲੱਗ ਹੈ, ਉਹ ਹੁੰਦਾ 18 ਤੋਂ 20। ਪਲਸ ਰੇਟ ਜਾਂ ਹਾਰਟ ਬੀਟ ਹੁੰਦੀ 70 to 72 1 ਮਿੰਟ ਦੇ ਵਿੱਚ, ਠੀਕ ਹੈ, ਯਾਦ ਰੱਖਣਾ ਹੈ। ਇਨ ਆਟੋਟ੍ਰੋਫ ਵਾਟਰ ਕਿੰਦੀ ਹੈਲਪ ਨਾਲ ਆਉਂਦਾ ਜਾਂਦਾ, ਸਿੰਪਲ ਜੀ ਅਗੇਨ ਐਗਜ਼ਾਈਲਮ। ਤੇ ਇਸ ਦਾ ਲਾਸਟ ਤੁਹਾਡੀ ਸਕਰੀਨ ਤੇ ਆ ਗਿਆ ਕੁਐਸਚਨ, ਐਨ ਐਨੀਮਲ ਹੈਵਿੰਗ ਡਬਲ ਸਰਕੂਲੇਸ਼ਨ ਇਨ, ਦੇਖੋ ਤੁਹਾਨੂੰ ਅੱਗੇ ਵੀ ਕਿਹਾ ਜਿਹੜੇ ਇਹੋ ਜਿਹੇ ਔਰਗੈਨਿਜ਼ਮ ਰੇਂਗਦੇ ਨੇ ਉਹਨਾਂ 'ਚ ਹਾਰਟ ਦੇ ਕਿੰਨੇ ਚੈਂਬਰ ਹੁੰਦੇ ਹੈ, 3 ਚੈਂਬਰ ਹੁੰਦੇ ਹੈ, ਤਾਂ ਉਹਦਾ ਆਨਸਰ ਆਏਗਾ ਸਨੇਕ, ਠੀਕ ਹੈ ਜੀ। ਅੱਗੇ ਆਇਆ ਸੀ ਲੀਜ਼ਰਡ, ਕ੍ਰੋਕੋਡਾਈਲ, ਇਹ ਸਾਰੀ ਇਹਨਾਂ ਦੀ ਐਗਜ਼ਾਮਪਲ ਨੇ ਜਿਹੜੇ ਰਿੰਗ ਕੇ ਅੱਗੇ ਜਾਂਦੇ ਨੇ, ਠੀਕ ਹੈ। ਤਾਂ ਸਟੂਡੈਂਟ ਜੇ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਇਹਨੂੰ ਲਾਈਕ ਕਰਨਾ, ਸ਼ੇਅਰ ਕਰਨਾ ਨਾ ਭੁੱਲਣਾ। ਮੈਨੂੰ ਪਤਾ ਇਸ ਲੈਕਚਰ ਦੀ ਥੋੜ੍ਹੀ ਸਪੀਡ ਹਾਈਅਰ ਸੀ ਬਿਕੋਜ਼ ਕੀ ਹੈ ਤੁਹਾਡੇ ਕੋਲ ਹੁਣ ਐਜ਼ ਯੂ ਨੋ ਤੁਹਾਨੂੰ ਇਨਫੋਰਮੇਸ਼ਨ ਮਿਲ ਗਈ ਹੋਏਗੀ ਤੁਹਾਡਾ ਪੇਪਰ ਹੁਣ ਕਦੋਂ ਹੈ, 17 ਅਕਤੂਬਰ ਨੂੰ ਹੈ ਪੇਪਰ, ਹੋਰ ਅੱਗੇ ਹੋ ਗਿਆ ਸ਼ਿਫਟ 17 ਅਕਤੂਬਰ ਨੂੰ ਹਾਲੇ ਤੱਕ ਤਾਂ, ਠੀਕ ਹੈ ਜੀ। ਸੋ ਸਟੂਡੈਂਟ ਤੁਹਾਡੇ ਕੋਲ ਲਗਭਗ 1 ਮਹੀਨੇ ਦਾ ਹੈ ਲਗਭਗ ਹਾਲੇ ਵੀ, ਤਾਂ ਤੁਸੀਂ ਹਰ ਰੋਜ਼ ਕੀ ਤੁਹਾਡਾ ਮੇਨ ਮਕਸਦ ਕੀ ਹੋਣਾ, ਕੁਛ ਬੱਚੇ ਅੱਕ ਜਾਂਦੇ ਕਿ ਹਰ ਅੱਗੇ ਹੋ ਗਿਆ ਆਲਸ ਆ ਗਿਆ ਇਹ ਉਹ ਹੈ, ਤਾਂ ਤੁਹਾਡੇ ਸੇ ਉਨਾ ਜ਼ਿਆਦਾ ਵਧੀਆ ਮੌਕਾ ਮਿਲ ਰਿਹਾ ਤੁਹਾਨੂੰ ਕਿ ਐਗਜ਼ਾਮ ਅੱਗੇ ਐਕਸਟੈਂਡ ਹੋ ਰਿਹਾ ਹੈ। ਚਲੋ ਉਹ ਤਾਂ ਆਪਣੇ ਹੱਥ ਵੱਸ ਨਹੀਂ ਆ, ਹੁਣ ਜੋ ਚੀਜ਼ ਹੱਥ ਵੱਸ ਆਪਣੇ ਉਹ ਹੈ ਕਿ ਆਪਾਂ ਉਸ ਐਗਜ਼ਾਮ ਨੂੰ ਕਿੰਨਾ ਅੱਛੇ ਨਾਲ ਆਪਣੀ ਰਿਵੀਜ਼ਨ ਵਧੀਆ ਹੁੰਦੀ ਰਹੇ, ਜਿੰਨੀ ਵਧੀਆ ਰਿਵੀਜ਼ਨ ਹੁੰਦੀ ਰਹੇਗੀ ਉਨਾ ਅੱਛਾ ਐਗਜ਼ਾਮ ਅਟੈਂਪਟ ਹੁੰਦਾ ਜਾਏਗਾ। So student, thank you so much. I hope you will like the video, and if you like then please like it and don't forget to subscribe the YouTube channel. Thank you so much. Tata, see you, bye bye.